ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਸਰਕਾਰਾਂ ਵੱਲੋਂ ਲਗਾਤਾਰ ਹੀ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਨੇ ਕਿ ਕਿਸਾਨਾਂ ਦੇ ਹੱਕਾਂ ਲਈ ਉਹ ਲੜਾਈ ਲੜ ਰਹੇ ਨੇ, ਪਰ ਅਸਲ ਤਸਵੀਰ ਕਿਸਾਨ ਦੀ ਉਹ ਹੈ ਤੁਹਾਡੇ ਸਾਰੇ ਸਾਹਮਣੇ ਹੈ। ਲਗਾਤਾਰ ਕਿਸਾਨ ਜੋ ਹੈ ਖੁਦਕੁਸ਼ੀਆਂ ਵੱਲ ਵੱਧ ਰਿਹਾ ਹੈ ਅਤੇ ਜੋ ਫਸਲ ਉਹ ਪੈਦਾ ਕਰਦਾ ਉਸ ਨਾਲ ਵੀ ਉਸ ਨੂੰ ਸਹੀ ਜੋ ਹੈ ਲਾਭ ਨਹੀਂ ਮਿਲਦਾ, ਸਹੀ ਪੈਦਾਵਾਰ ਦੀ ਕੀਮਤ ਉਸ ਨੂੰ ਨਹੀਂ ਮਿਲਦੀ। ਜੇਕਰ ਗੱਲ ਕਰੀਏ ਫਰੀਦਕੋਟ ਦਾ ਇਲਾਕਾ ਜੋ ਸਾਦਕ ਪੈਂਦਾ ਹੈ ਉਸ ਦੀ, ਤਾਂ ਇੱਥੇ ਕਿਸਾਨ ਵੱਲੋਂ ਆਪਦੀ ਖੜੀ ਫਸਲ ਨੂੰ ਅੱਗ ਲਗਾ ਦਿੱਤੀ ਗਈ ਹੈ। ਗੰਨੇ ਦੀ ਫਸਲ ਇਹਨਾਂ ਨੇ ਇੱਥੇ ਜੋ ਹੈ ਪੈਦਾ ਕੀਤੀ ਸੀ, ਜਿਸ ਨੂੰ ਕਿ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਉਸ ਤੋਂ ਬਾਅਦ ਟਰੈਕਟਰ ਚਲਾ ਕੇ ਇਸ ਨੂੰ ਪੂਰੀ ਨੂੰ ਵਾਹ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਲੱਖਾਂ ਰੁਪਏ ਦਾ ਨੁਕਸਾਨ ਉਹਨਾਂ ਦਾ ਹੋਇਆ ਇਸ ਦੇ ਵਿੱਚ, ਕਿਉਂਕਿ ਜੋ ਗੱਲ ਸਾਹਮਣੇ ਆ ਰਹੀ ਹੈ ਉਸ ਦੇ ਅਨੁਸਾਰ ਇਹਨਾਂ ਨੂੰ ਇਸ ਦੀ ਅਦਾਇਗੀ ਸਹੀ ਨਹੀਂ ਮਿਲ ਰਹੀ। ਨਾ ਤਾਂ ਇਸ ਇਲਾਕੇ ਵਿੱਚ ਕਿਤੇ ਮਿਲ ਹੈ ਅਤੇ ਜੋ ਇੱਕਾ ਦੁੱਕਾ ਜੂਸ ਵਾਲੇ ਨੇ ਉਹ ਵੀ ਇਹਨਾਂ ਨੂੰ ਫਰੀ ਦੇ ਤਰਾਹੀ ਜੋ ਹੈ ਇਸ ਨੂੰ ਲੈਣਾ ਚਾਹੁੰਦੇ ਨੇ, ਕੀਮਤ ਇਹਨਾਂ ਨੂੰ ਇਸ ਦੀ ਨਹੀਂ ਮਿਲ ਰਹੀ। ਤਾਂ ਇੱਥੋਂ ਜੋ ਕਿਸਾਨ ਨੇ ਜਿਨ੍ਹਾਂ ਵੱਲੋਂ ਇਹ ਸਭ ਕੁਝ ਕੀਤਾ ਗਿਆ ਹੈ, ਪੂਰੇ ਕਾਰਨ ਨੇ ਉਹਨਾਂ ਜਾਣ ਲੈਂਦੇ ਆ ਕਿ ਆਖਿਰਕਾਰ ਗੱਲਬਾਤ ਪੂਰੀ ਕੀ ਹੋਈ ਸੀ। ਤੁਹਾਡਾ ਨਾਮ ਕੀ ਹੈ ਬਾਈ ਜੀ? ਜਗਤਾਰ ਸਿੰਘ ਹੈ ਜੀ। ਜਗਤਾਰ ਜੀ, ਕੀ ਕਾਰਨ ਬਣਿਆ ਤੁਹਾਨੂੰ ਇਹ ਕਦਮ ਉਠਾਉਣਾ ਪਿਆ? ਇਹ ਜੀ ਜੂਸ ਵਾਲਿਆਂ ਵਾਸਤੇ ਲਾਇਆ ਸੀਗਾ ਗੰਨਾ, ਤੇ ਆਹ ਲੋਕਡਾਊਨ ਹੋਣ ਕਾਰਨ ਕਲਾੜੀਆਂ ਬੰਦ ਪਈਆਂ ਸੀਗੀਆਂ ਜੀ, ਤੇ ਇਸ ਕਰਕੇ ਸਾਨੂੰ ਅੱਗ ਮਜਬੂਰਨ ਚਲਾਉਣੀ ਪਈ ਹੈ ਜੀ। ਕਿੰਨੀ ਫਸਲ ਸੀ ਤੇ ਕਿੰਨਾ ਨੁਕਸਾਨ? ਇਹ 2 ਏਕੜ ਫਸਲ ਸੀਗੀ, 5 ਲੱਖ ਰੁਪਏ ਦਾ ਨੁਕਸਾਨ ਆਈ ਸਾਡਾ। ਹਾਂਜੀ, ਹੁਣ ਕੀ ਕਰੋਗੇ ਤੁਸੀਂ ਇਸ ਦਾ? ਇਹਨੂੰ ਕਰਨਾ ਕੀ, ਟੱਕਰਾਂ ਮਾਰਾਂਗੇ ਇਹਦੇ ਤੇ, ਵੱਢ ਕੇ ਬਾਹਰ ਕੱਢਾਂਗੇ, ਵਾਹਣ ਬਣਾਵਾਂਗੇ, ਫਿਰ ਝੋਨਾ ਲਾਵਾਂਗੇ ਇੱਥੇ। ਕਿ ਪਹਿਲੇ ਵੀ ਤੁਸੀਂ ਲਗਾਤਾਰ ਫਸਲ ਪੈਦਾ ਗੰਨਾ ਉਗਾਉਂਦੇ ਹੋ? ਹਾਂਜੀ, ਸਾਨੂੰ 3 ਸਾਲ ਹੋ ਗਏ ਸੀਗੇ ਲਗਾਉਂਦੇ ਨੂੰ। ਇਸ ਵਾਰ ਕਿਉਂ ਹੋਈ ਨੌਬਤ, ਕਿਉਂ ਆਈ ਇਹੋ ਜੀ? ਇਹ ਬਸ ਲੋਕਡਾਊਨ ਕਾਰਨ ਜੀ। ਹਾਂਜੀ, ਕਲਾੜੀਆਂ ਚੱਲੀਆਂ ਨਹੀਂ, ਸਾਨੂੰ ਫਿਰ ਮਜਬੂਰ ਨੇ ਵਾਹਣ ਵੇਲਾ ਕਰਨਾ ਪਿਆ ਜੀ। ਹੁਣ ਸਰਕਾਰ ਤੋਂ ਕਿਸ ਤਰੀਕੇ ਦੀ ਅਪੀਲ ਕਰਦੇ ਹੋ, ਕਿਉਂਕਿ ਇਸ ਇਲਾਕੇ ਦੀ ਗੱਲ ਕਰੀਏ ਇੱਥੇ ਕੋਈ ਮਿਲ ਨਹੀਂ ਹੈ। ਕੀ ਲੱਗਦਾ ਹੈ ਕੋਈ ਇਹ ਰੋਜ਼ਗਾਰ ਜੋ ਹੈ ਚੱਲ ਸਕਦਾ ਕਿ ਜੇਕਰ ਮਿਲਾਂ ਵਗੈਰਾ ਸਥਾਪਿਤ ਹੋਣ ਤਾਂ? ਬਿਲਕੁਲ ਚੱਲ ਸਕਦਾ ਜੀ। ਸਾਡੇ ਫਰੀਦਕੋਟ ਵਾਲੀ ਮਿਲ ਅੱਗੇ ਚੱਲਦੀ ਸੀ ਜਦੋਂ, ਬਹੁਤ ਵਧੀਆ ਏਰੀਆ 'ਚ ਗੰਨਾ ਹੁੰਦਾ ਸੀ ਸਾਡੀ ਇਹ ਮੰਗ ਆ ਜੀ, ਸਾਡੀ ਫਰੀਦਕੋਟ ਵਾਲੀ ਮਿਲ ਚਾਲੂ ਕੀਤੀ ਜਾਵੇ। ਹੋਰ ਵੀ ਮਿਲਾਂ ਜਿੱਥੇ ਜ਼ਰੂਰਤ ਆ ਕਿਸਾਨਾਂ ਨੂੰ ਉੱਥੇ ਮਿਲਾਂ ਲਾਈਆਂ ਜਾਣ। ਹੁਣ ਫਸਲ ਨੂੰ ਤੁਸੀਂ ਇਹਨੂੰ ਅੱਗ ਲਗਾ ਦਿੱਤੀ ਹੈ, ਮਨ ਵਿੱਚ ਕਿਉਂ ਆਇਆ ਵੀ ਹੁਣ ਤੁਸੀਂ ਕਰੋਗੇ ਕੀ, ਅੱਗੇ ਸੋਚਿਆ ਗਿਆ ਇਸ ਬਾਰੇ? ਕਿਉਂਕਿ ਇੱਕ ਤਾਂ ਤੁਹਾਡੀ ਖੜੀ ਫਸਲ ਸੀ, ਤਿਆਰ ਫਸਲ ਸੀ, ਅਸੀਂ ਵੇਖ ਰਹੇ ਸੀ ਕਿ ਗੰਨਾ ਬਿਲਕੁਲ ਤਿਆਰ ਖੜਾ ਸੀ ਤੁਹਾਡਾ। ਹਾਂਜੀ, ਗੰਨਾ ਬਿਲਕੁਲ ਤਿਆਰ ਸੀਗਾ ਜੀ, ਹੁਣ ਵਿਕਣ ਦੇ ਲਾਇਕ ਸੀਗਾ। ਇਹ ਮਜਬੂਰਨ ਫਿਰ ਸਾਨੂੰ ਵਾਹੁਣਾ ਪਿਆ ਜਦੋਂ ਵੇਖ ਨਹੀਂ ਰਿਹਾ ਜੀ। ਝੋਨਾ ਲਾਵਾਂਗੇ ਹੁਣ ਇਹਨੂੰ ਵਾਹਣ ਸਾਫ਼ ਕਰਕੇ। ਉਸ 'ਚ ਹੁਣ ਤੁਸੀਂ ਇੱਕ ਵਾਰ ਇੱਥੇ ਖਰਚਾ ਕੀਤਾ, ਹੁਣ ਦੁਬਾਰਾ ਖਰਚਾ ਕਰੋਗੇ, ਕਿੰਨਾ ਖੁਰਜੇ ਦਾ ਖਰਚਾ ਤੁਹਾਡਾ ਆ ਜਾਊਗਾ? ਦੁਬਾਰਾ ਸਾਡਾ ਘੱਟੋ ਘੱਟ 20,000 ਰੁਪਏ ਕਿੱਲੇ ਤੇ ਖਰਚਾ ਆਊਗਾ ਜੀ। ਇੰਨੀਆਂ ਲੱਕੜਾਂ ਕੱਢਣੀਆਂ ਬਹੁਤ ਔਖੀਆਂ, ਟੋਟੇ ਬਣਾ ਕੇ ਨਿਕਲਣਗੇ ਜੀ। ਲੇਬਰ ਦਾ ਖਰਚਾ ਬਹੁਤ ਪੈ ਜਾਊਗਾ, ਲੇਬਰ ਤਾਂ ਉਹ ਨਹੀਂ ਮਿਲ ਰਹੀ, ਲੇਬਰ ਦੀ ਵੀ ਦਿੱਕਤ ਹੈ ਜੀ। ਸੋਚਦੇ ਕਿਉਂ, ਹੋਣਾ ਕੀ ਚਾਹੀਦਾ? ਕਿਉਂਕਿ ਸਰਕਾਰ ਤਾਂ ਦਾਅਵੇ ਕਰਦੀ ਲਗਾਤਾਰ ਕਿਸਾਨਾਂ ਦੀ ਗੱਲ ਚੁੱਕਦੀ ਹੈ ਕਿ ਅਸੀਂ ਬਿਲਕੁਲ ਹੁੰਦੀ ਤਾਂ ਰਾਜਨੀਤੀ ਹੀ ਹੈ, ਪਰ ਇੱਕ ਰਾਏ ਕੀ ਦੇਣਾ ਚਾਹੋਗੇ, ਕਿਸ ਤਰੀਕੇ ਦੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਕਿ ਸਾਰੇ ਕਿਸਾਨ ਵੀ ਸੌਖੇ ਹੋ ਜਾਣ ਅਤੇ ਰਸਤਾ ਵੀ ਜੋ ਹੈ ਸੌਖਾ ਨਿਕਲ ਸਕੇ? ਦੇਖੋ ਜੀ, ਸਰਕਾਰਾਂ ਤੋਂ ਉਮੀਦ ਤਾਂ ਕੋਈ ਨਹੀਂ, ਪਰ ਫਿਰ ਵੀ ਆਸ ਕਰਦੇ ਹਾਂ ਜੇ ਹੋ ਸਕੇ ਤਾਂ ਮਿਲਾਂ ਚਲਾਈਆਂ ਜਾਣ ਜੀ। ਜੇ ਕਿਸਾਨੀ ਬਚਾਉਣੀ ਚਾਹੁੰਦੇ ਆ ਤਾਂ ਗੰਨਾ ਵਧੀਆ ਹੁੰਦਾ, ਗੰਨੇ ਦੀ ਫਸਲ ਵਿਕਦੀ ਵੀ ਹੈ ਜੀ। ਸਰਕਾਰ ਬਦਲ ਦੀ ਗੱਲ ਕਰਦੀ ਹੈ ਕਿ ਬਦਲ ਕਰੋ, ਫਸਲ ਦੇ ਵਿੱਚ ਝੋਨੇ ਕਣਕ ਤੋਂ ਬਾਹਰ ਨਿਕਲੋ। ਤੁਸੀਂ ਕੋਸ਼ਿਸ਼ ਕੀਤੀ ਬਾਹਰ ਨੇ, ਪਰ ਇਹਦਾ ਵੀ ਨਤੀਜਾ ਚੰਗਾ ਨਹੀਂ ਮਿਲਿਆ। ਆ ਤੁਹਾਡੇ ਸਾਹਮਣੇ ਹੈ ਜੀ ਬਦਲਾਅ ਦਾ ਨਤੀਜਾ। ਜੇ ਇਹ ਕੋਈ ਮਿਲ ਹੁੰਦੀ ਤਾਂ ਚੱਲ ਉਸੇ 4 ਪੈਸੇ ਘੱਟ ਵੱਟੇ ਜਾਂਦੇ। ਆ ਬਦਲਾਅ ਮੈਨੂੰ 5 ਲੱਖ ਰੁਪਏ 'ਚ ਰਗੜ ਗਿਆ ਜੀ। ਹੁਣ ਮੁੜ ਕੇ ਫਿਰ ਝੋਨਾ ਲਾਉਂਗੇ ਤੁਸੀਂ? ਹਾਂਜੀ, ਝੋਨਾ ਲਾਵਾਂਗੇ। ਤਾਂ ਬਿਲਕੁਲ ਸਰਕਾਰ ਫਸਲੀ ਚੱਕਰ ਤੋਂ ਬਾਹਰ ਨਿਕਲਣ ਲਈ ਲਗਾਤਾਰ ਕਿਸਾਨਾਂ ਨੂੰ ਅਪੀਲ ਕਰਦੀ ਹੈ, ਪਰ ਅਸਲ ਤਸਵੀਰ ਜੋ ਹੈ ਤੁਹਾਡੇ ਸਾਹਮਣੇ ਹੈ ਕਿ ਬਦਲਾਅ ਵੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਲਗਾਤਾਰ 3-4 ਸਾਲ ਤੋਂ ਕੰਮ ਕਰਦੇ, ਪਰ ਲੋਕਡਾਊਨ ਇਹਨਾਂ 'ਤੇ ਇੰਨਾ ਭਾਰੀ ਪਿਆ ਕਿ ਇਹਨਾਂ ਦਾ ਕਰੀਬ 5 ਲੱਖ ਦਾ ਨੁਕਸਾਨ ਇਹ ਲੋਕ ਕਰ ਰਹੇ ਨੇ, ਕਿਉਂਕਿ ਗੰਨਾ ਜੋ ਇਹਨਾਂ ਦਾ ਵਿਕ ਨਹੀਂ ਰਿਹਾ। ਤੁਸੀਂ ਵੇਖ ਸਕਦੇ ਹੋ ਗੰਨੇ ਦੀ ਫਸਲ ਬਿਲਕੁਲ ਹੀ ਤਿਆਰ ਹੈ, ਜਿਨ੍ਹਾਂ ਨੂੰ ਅੱਜ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਹੁੰਦੀ ਹੈ ਇਹਨਾਂ ਦੀ। ਇਹਨਾਂ ਨੂੰ ਜੋ ਹੈ ਆਪਦੇ ਹੱਥੀਂ ਅੱਗ ਲਾ ਕੇ ਇਹਨਾਂ ਨੂੰ ਖਤਮ ਕਰਨਾ ਪਿਆ, ਕਿਉਂਕਿ ਸਰਕਾਰ ਦੀ ਨੀਤੀਆਂ ਅਤੇ ਸਰਕਾਰ ਦੀ ਜੋ ਨੀਅਤ ਹੈ ਉਸ 'ਤੇ ਕਿਸਾਨ ਸਿੱਧੇ ਤੌਰ 'ਤੇ ਸਵਾਲ ਉਠਾਉਂਦਾ ਹੈ। ਸਰਕਾਰਾਂ ਨੂੰ ਅਪੀਲ ਵੀ ਕਰਦਾ ਹੈ, ਪਰ ਸਰਕਾਰ ਜੋ ਹੈ ਸਿਰਫ ਇਸ ਮੁੱਦੇ 'ਤੇ ਆ ਕੇ ਰਾਜਨੀਤੀ ਹੀ ਕਰਦੀ ਹੈ। ਬੇਸ਼ੱਕ ਜਥੇਬੰਦੀਆਂ ਅੱਗੇ ਆਉਂਦੀਆਂ ਨੇ, ਪਰ ਅਖੀਰ ਵਿੱਚ ਵੇਖਿਆ ਇਹੀ ਜਾਂਦਾ ਕਿ ਕਿਸਾਨ ਆਪਦੇ ਹਾਲਾਤਾਂ ਤੋਂ ਖੁਦ ਹੀ ਲੜਦਾ ਨਜ਼ਰ ਆਉਂਦਾ ਹੈ। ਫਿਲਹਾਲ ਅੱਜ ਇੱਕ ਕਿਸਾਨ ਨੇ ਆਪਣੀ ਖੜੀ ਫਸਲ ਨੂੰ ਅੱਗ ਲਗਾਈ ਹੈ। ਸ਼ਾਇਦ ਸਰਕਾਰ ਹੁਣ ਵੀ ਜਾਗ ਜੇ ਅਤੇ ਇਹਨਾਂ ਕਿਸਾਨਾਂ ਬਾਰੇ ਕੁਝ ਸੋਚੇ, ਕਿਉਂਕਿ ਜਿੱਥੇ ਵੱਡੀ ਆਰਥਿਕ ਮੰਦੀ ਕਰੋਨਾ ਕਰਕੇ ਆਈ ਹੈ ਉੱਥੇ ਕਿਸਾਨਾਂ 'ਤੇ ਦੋਹਰਾ ਬੋਝ ਜੋ ਹੈ ਇੱਥੇ ਪੈਣਾ ਸ਼ੁਰੂ ਹੋ ਗਿਆ। ਕਿਉਂਕਿ 5 ਲੱਖ ਦੀ ਗੱਲ ਕਰੀਏ ਤਾਂ ਇਸ ਫਸਲ ਦਾ ਨੁਕਸਾਨ ਹੋਇਆ, ਅੱਗੇ ਹੁਣ ਮੁੜ ਕੇ
ਇਸ ਜ਼ਮੀਨ ਨੂੰ ਫਿਰ ਤੋਂ ਤਿਆਰ ਕਰਨਾ ਕਰੀਬ 20,000 ਰੁਪਏ ਪ੍ਰਤੀ ਕਿੱਲਾ ਹਿਸਾਬ ਨਾਲ ਇਹਨਾਂ ਨੂੰ ਮੁੜ ਤੋਂ ਇਹ ਜ਼ਮੀਨ ਜੋ ਹੈ ਤਿਆਰ ਕਰਨੀ ਪਵੇਗੀ। ਫਿਲਹਾਲ ਵੇਖਦੇ ਹਾਂ ਕਿ ਸਰਕਾਰਾਂ ਕਿਸਾਨਾਂ ਬਾਰੇ ਕਦੋਂ ਤੱਕ ਸੋਚਦੀਆਂ ਨੇ ਅਤੇ ਕਿਸਾਨ ਜੋ ਹੈ ਚੰਗੀ ਰੋਜ਼ੀ ਰੋਟੀ ਕਮਾ ਕੇ ਆਪਣੀ ਜ਼ਿੰਦਗੀ ਜੋ ਹੈ ਗੁਜ਼ਰ ਬਸਰ ਕਰਦਾ ਹੈ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਦੁੱਖ ਇਸ ਗੱਲ ਦਾ ਨਹੀਂ ਸੀ ਕਿ ਉਹ ਮੈਨੂੰ ਛੱਡ ਕੇ ਜਾ ਰਹੀ ਸੀ, ਦੁੱਖ ਤਾਂ ਬਸ ਇਸ ਗੱਲ ਦਾ ਸੀ ਕਿ ਇੰਨੇ ਸਾਲਾਂ ਤੋਂ ਆਪਾਂ ਨਾਲ ਸੀ, ਪਰ ਮੈਂ ਕਦੇ ਆਪਣੇ ਦਿਲ ਦੀਆਂ ਗੱਲਾਂ ਨਹੀਂ ਉਹਦੇ ਨਾਲ ਸਾਂਝੀਆਂ ਕਰ ਸਕਿਆ। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648।